ਹੁਣ ਬੇਨਤੀ ਹੈ ਮਾਨਯੋਗ ਡਾਕਟਰ ਜਸਬੀਰ ਸਿੰਘ ਜੀ ਸਾਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ, ਜਿਨ੍ਹਾਂ ਦਾ ਇਹ ਵਿਸ਼ਾ ਹੈ ਅਤੇ ਉਹਨਾਂ ਦੀ ਦਸਮ ਗ੍ਰੰਥ ਬਾਰੇ ਆਪਣੀ ਜੋ ਸਟੱਡੀ ਹੈ 24ਵੇਂ ਅਵਤਾਰ, ਜੋ ਮਹੱਤਵਪੂਰਨ ਇੱਕ ਹਿੱਸਾ ਹੈ ਸ੍ਰੀ ਦਸਮ ਗ੍ਰੰਥ ਜੀ ਦਾ, ਉਹਦਾ ਸਰੂਪ ਅਤੇ ਸੰਦਰਭ ਆਪਣੇ ਸਾਰੇ ਇਹਨਾਂ ਵਿਦਵਾਨਾਂ ਨੇ ਬਹੁਤ ਮਿਹਨਤ ਕਰਕੇ ਸੰਪੂਰਨ ਰੂਪ ਦੇ ਵਿੱਚ ਜਿਹੜੇ ਆਪਣੇ ਵਿਚਾਰ ਲਿਖ ਕੇ ਆਉਂਦੇ ਆ। ਪਰ ਜਿਵੇਂ ਅੱਜ ਬੁਲਾਰਿਆਂ ਦਾ ਵੀ ਇੱਥੇ ਹੜ੍ਹ ਆਇਆ ਹੈ ਅਤੇ ਸਰੋਤਿਆਂ ਦਾ ਵੀ ਉਸ ਅਨੁਸਾਰ ਟਾਈਮ ਦੀ ਬਹੁਤ ਸਮੱਸਿਆ ਹੈ, ਉਹ ਸੰਖੇਪ ਰੂਪ ਦੇ ਵਿੱਚ ਜਿਹੜਾ ਆਪਣੇ ਪਰਚੇ ਦਾ ਕੇਂਦਰੀ ਭਾਵ ਹੈ ਤੁਹਾਡੇ ਨਾਲ ਸਾਂਝਾ ਕਰਨਗੇ ਮਾਨਯੋਗ ਡਾਕਟਰ ਜਸਬੀਰ ਸਿੰਘ ਜੀ ਸਾਬਰ। परम सत्कारयोग साहिब कमाल साहिब श्री गुरु गोबिंद सिंह जी महाराज दे तख्त साहिबान दे मुखी सिंह साहब जथेदार बलवंत सिंह जी नंदगढ़, सिंह साहब जथेदार बचित्र सिंह जी, तख्त श्री दमदमा साहब ते तख्त श्री हजूर साहब, सत्कारयोग बाबा हरनाम सिंह जी, सत्कारयोग ज्ञानी अमीर सिंह जी, ਵੱਖ-ਵੱਖ ਸੰਸਥਾਵਾਂ ਦੇ ਮੁਖੀ, ਗੁਰੂ ਰੂਪ ਸਾਧ ਸੰਗਤ ਅਤੇ ਮੇਰੇ ਸਹਿਕਰਮੀ ਵਿਦਵਾਨੋ, ਭੈਣੋ ਤੇ ਭਰਾਵੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੱਸਿਆ ਇੰਨੀ ਗੰਭੀਰ ਨਹੀਂ ਜਿੰਨੀ ਗੰਭੀਰ ਬਣਾ ਦਿੱਤੀ ਗਈ ਆ, ਕਿਉਂਕਿ ਜੇਕਰ ਸਾਡਾ ਮਨ ਸਾਫ਼ ਹੋਏਗਾ ਤਾਂ ਸਾਡਾ ਅਧਿਐਨ ਵੀ ਸਾਫ਼ ਹੋਏਗਾ। ਜੇ ਮਨ 'ਚ ਬੇਈਮਾਨੀ ਹੋਏਗੀ ਤਾਂ ਸਾਡਾ ਅਧਿਐਨ ਵੀ ਬੇਈਮਾਨੀ ਨਾਲ ਲੁਪਤ ਹੋਏਗਾ। ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਕਿਸੇ ਵੀ ਰਚਨਾ ਦਾ ਸਹੀ ਮੁੱਲ ਪੈਂਦਾ ਹੀ ਉਦੋਂ ਹੈ ਜਦੋਂ ਉਸ ਦੇ ਮਾਨਵੀ ਸਮਾਜ ਨਾਲ ਜੁੜੇ ਹੋਏ ਸਰੋਕਾਰਾਂ ਨੂੰ ਸਾਹਮਣੇ ਰੱਖਿਆ ਜਾਵੇ। ਕੀ ਇਹ ਸਰੋਕਾਰ ਮਾਨਵੀ ਸਮਾਜ ਨੂੰ ਵਿਕਾਸ ਮਾਰਗ 'ਤੇ ਤੁਰਨ ਦੀ ਕੋਈ ਸੇਧ ਦਿੰਦੇ ਵੀ ਹਨ ਜਾਂ ਵਿਨਾਸ਼ ਦੀ ਦਲਦਲ ਵਿੱਚ ਧਕੇਲਦੇ ਹਨ? ਇਸ ਤੱਥ ਦੀ ਰੋਸ਼ਨੀ ਵਿੱਚ ਹੀ ਸੰਬੰਧਿਤ ਰਚਨਾ ਨੂੰ ਮੁੱਲਵਾਨ ਜਾਂ ਗੁਣਵਾਨ ਆਖਣਾ ਵਧੇਰੇ ਠੀਕ ਰਹਿੰਦਾ ਹੈ। ਨਿਰਸੰਦੇਹ ਮਾਨਵ ਹਿੱਤਾਂ ਦੇ ਸਰੋਕਾਰਾਂ ਨਾਲ ਟੁੱਟੀ ਰਚਨਾ ਦਾ ਮਾਨਵ ਸਮਾਜ ਵਿੱਚ ਕੌਡੀ ਮੁੱਲ ਵੀ ਨਹੀਂ ਪੈਂਦਾ। ਪਰ ਕਈ ਵਾਰ ਸੰਬੰਧਿਤ ਰਚਨਾ ਅਧਿਐਨ ਇਸ ਤਰ੍ਹਾਂ ਸਥਾਈ ਪੱਧਰ 'ਤੇ ਕੀਤਾ ਜਾਂਦਾ ਹੈ ਕਿ ਉਹਦੇ ਵਿੱਚ ਜਿਹੜੇ ਲੁਪਤ ਸੰਦੇਸ਼ ਹੁੰਦੇ ਹਨ ਨਾ, ਜਿਨ੍ਹਾਂ ਨੂੰ ਅਸੀਂ ਕੋਡਡ ਮੈਸੇਜ ਕਹਿੰਦੇ ਹਾਂ, ਉਹ ਅਣਗੌਲੇ ਹੀ ਰਹਿ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਸਮਝਣ ਦੀ ਸਾਡੀ ਸਮਰੱਥਾ ਹੀ ਨਹੀਂ ਹੁੰਦੀ ਅਤੇ ਜਾਂ ਅਸੀਂ ਬੇਈਮਾਨੀ ਨਾਲ ਉਹਨਾਂ ਨੂੰ ਅਖੌਲੇ ਕਰ ਦਿੰਦੇ ਹਾਂ। ਇਹਨਾਂ ਲੁਪਤ ਸਰੋਕਾਰਾਂ ਨੂੰ ਖੋਲ੍ਹ ਕੇ ਠੀਕ ਪ੍ਰਸੰਗ ਵਿੱਚ ਸਮਝਣ ਅਤੇ ਸਮਝਾਉਣ ਦੀ ਅੱਜ ਮੈਨੂੰ ਲੱਗਦਾ ਕਿ ਵਧੇਰੇ ਲੋੜ ਹੈ। ਪਰ ਜੇ ਇਹਦਾ ਇਸੇ ਤਰ੍ਹਾਂ ਹੀ ਰੁਝਾਨ ਰਿਹਾ ਕਿ ਅਸੀਂ ਸਥਾਈ ਪੱਧਰ 'ਤੇ ਹੀ ਅਧਿਐਨ ਕਰਾਂਗੇ ਅਤੇ ਜਾਂ ਪਹਿਲਾਂ ਹੀ ਮਨ ਵਿੱਚ ਇਹ ਵਿਚਾਰ ਬਣਾ ਕੇ ਉਹਦੀ ਸਟੱਡੀ ਕਰਾਂਗੇ ਕਿ ਮੈਂ ਤਾਂ ਇਹ ਗੱਲ ਸਾਬਤ ਕਰਨੀ ਹੈ, ਤਾਂ ਫਿਰ ਸਾਡੇ ਅਧਿਐਨ ਦੇ ਸਿੱਟੇ ਉਹ ਨਹੀਂ ਨਿਕਲਣਗੇ ਜੋ ਟੈਕਸਟ ਵਿੱਚ ਹਨ, ਜੋ ਪਾਠ ਵਿੱਚ ਹਨ, ਜੋ ਗ੍ਰੰਥ ਵਿੱਚ ਹਨ। ਕੁਛ ਇੱਦਾਂ ਦੀ ਮੈਨੂੰ ਲੱਗਦਾ ਕਿ ਰੁਚੀ ਬਣਾਤੀ ਹੈ ਕੁਛ ਸੋ ਕਾਲਡ ਵਿਦਵਾਨਾਂ ਨੇ ਇਹਦੇ ਪ੍ਰਤੀ ਨਾਮੁਖੀ ਵਤੀਰਾ ਅਪਣਾਉਂਦਿਆਂ ਹੋਇਆਂ। ਮੈਨੂੰ ਇੰਝ ਲੱਗਦਾ ਕਿ ਇਹ ਨਾਪੱਖੀ ਰੁਖ ਅਪਣਾਉਣ ਵਾਲੇ ਵਿਅਕਤੀ ਦਸਮ ਗ੍ਰੰਥ ਦੇ ਸਰੂਪ ਅਤੇ ਸੰਦਰਭ ਨੂੰ ਠੀਕ ਪ੍ਰਸੰਗ ਵਿੱਚ ਸਮਝਣ ਦੇ ਜਾਂ ਤਾਂ ਸਮਰੱਥ ਹੀ ਨਹੀਂ ਅਤੇ ਜਾਂ ਫਿਰ ਕਿਸੇ ਡੂੰਘੀ ਸਾਜ਼ਿਸ਼ ਅਧੀਨ ਮਨ ਮਰਜ਼ੀ ਦੇ ਸਿੱਟੇ ਕੱਢ ਰਹੇ ਹਨ। ਜਿਸ ਤਰ੍ਹਾਂ ਕਿ ਅੱਜ ਦੇ ਸੈਮੀਨਾਰ ਦਾ ਵਿਸ਼ਾ ਹੈ ਦਸਮ ਗ੍ਰੰਥ ਦਾ ਇਤਿਹਾਸ, ਵਿਸ਼ਾ ਵਸਤੂ ਅਤੇ ਉਦੇਸ਼। ਜੇਕਰ ਇਹਨਾਂ ਤਿੰਨਾਂ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਅਸੀਂ ਦਸਮ ਗ੍ਰੰਥ ਦਾ ਅਧਿਐਨ ਕਰੀਏ ਕਿ ਕਿਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ
ਹਾਲਾਤ ਪੈਦਾ ਹੋਏ, ਕਿਸ ਤਰ੍ਹਾਂ ਸਮਾਜ ਵਿੱਚ ਜਾਤ ਪਾਤ ਦਾ ਬੋਲਬਾਲਾ ਸੀ, ਕਿਸ ਤਰ੍ਹਾਂ ਔਰਤ ਨੂੰ ਅਬਲਾ ਬਣਾ ਕੇ ਉਸ ਨੂੰ ਨਕਾਰਿਆ, ਤਿਰਕਾਰਿਆ, ਫਿਟਕਾਰਿਆ ਜਾਂਦਾ ਸੀ। ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਹਮਣੇ ਰੱਖੀਏ ਤਾਂ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਇੱਕ ਬੜਾ ਸਪਸ਼ਟ ਉਦੇਸ਼ ਸੀ ਕਿ ਇੱਕ ਅਜਿਹੀ ਕੌਮ ਤਿਆਰ ਕਰਨੀ, ਇੱਕ ਅਜਿਹੀ ਕੌਮ ਖੜੀ ਕਰਨੀ ਜੋ ਅਬਲਾ ਨਾ ਹੋਵੇ, ਸਬਲਾ ਬਣੇ, ਜੋ ਨਿਰਬਲ ਨਾ ਹੋਵੇ, ਬਲਵਾਨ ਬਣੇ। ਇਸੇ ਲਈ ਉਹਨਾਂ ਨੇ ਆਪਣਾ ਇਸ ਜੱਗ ਉੱਤੇ ਆਉਣ ਦਾ ਉਦੇਸ਼ ਵੀ ਬੜਾ ਸਪਸ਼ਟ ਕਰ ਦਿੱਤਾ ਕਿ ਮੇਰਾ ਉਦੇਸ਼ ਜੋ ਹੈ ਉਹ ਹੈ ਧਰਮ ਚਲਾਵਨ, ਸੰਤ ਉਬਾਰਨ, ਦੁਸ਼ਟ ਸਬਨ ਕੋ ਮੂਲ ਉਪਾਰਨ। ਇਸ ਲਈ ਉਹ ਕਹਿੰਦੇ ਨੇ ਕਿ ਯਹੀ ਕਾਜ ਧਰਾ ਹਮ ਜਨਮੰ, ਸਮਝ ਲਿਓ ਸਾਧੂ ਸਭ ਮਨਮੰ। ਇਸ ਤੋਂ ਇਲਾਵਾ ਉਹਨਾਂ ਨੇ ਆਪਣੇ ਜੀਵਨ ਉਦੇਸ਼ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਅਜਿਹੀ ਗੱਲ ਨਹੀਂ ਕੀਤੀ ਜਿਹੜੀ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿਪਰੀਤ ਹੋਵੇ। ਜੇਕਰ ਕੋਈ ਵੀ ਇਨਸਾਨ ਇਮਾਨਦਾਰੀ ਨਾਲ ਦਸਮ ਗ੍ਰੰਥ ਦਾ ਅਧਿਐਨ ਕਰੇਗਾ, ਮੈਂ 24 ਅਵਤਾਰ ਦੀ ਗੱਲ ਹੀ ਕਰਾਂਗਾ, ਤਾਂ ਉਹਨੂੰ ਇਹ ਚੀਜ਼ ਬਿਲਕੁਲ ਸਪਸ਼ਟ ਪ੍ਰਾਪਤ ਹੋ ਜਾਏਗੀ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ, ਦਸਮ ਗ੍ਰੰਥ ਦਾ ਸਿਧਾਂਤ, ਇਹਨਾਂ ਦੋਵਾਂ ਪਾਵਨ ਗ੍ਰੰਥਾਂ ਦਾ ਮੰਤਵ, ਇਹਨਾਂ ਦੀ ਜੋਤ ਬਿਲਕੁਲ ਇੱਕ ਆ। ਇਹਦੇ 'ਚ ਕਿਸੇ ਕਿਸਮ ਦੀ ਕੋਈ ਦਵੰਦ ਨਹੀਂ। ਜਿੱਥੋਂ ਤੱਕ ਇਹਦੇ ਕਰਤੱਵ ਦਾ ਸੰਬੰਧ ਹੈ, ਜਦੋਂ ਤੁਸੀਂ ਇਹ ਤਿੰਨ ਚੀਜ਼ਾਂ ਸਮਝ ਲਵੋਗੇ ਤੇ ਕਰਤੱਵ ਬਾਰੇ ਵੀ ਤੁਹਾਨੂੰ ਕਿਸੇ ਕਿਸਮ ਦਾ ਕੋਈ ਸ਼ੰਕਾ ਨਹੀਂ ਲੈ ਜਾਏਗਾ ਕਿ ਇਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਹੋਰ ਕਿਸੇ ਰਚਨਾ ਹੋ ਸਕਦੀ ਹੈ, ਕਿਉਂਕਿ ਉਹਨਾਂ ਦਾ ਉਦੇਸ਼ ਬਿਲਕੁਲ ਵੱਖਰੀ ਕਿਸਮ ਦਾ। ਇਹ ਠੀਕ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਪਦ ਪ੍ਰਦਾਨ ਹੈ, ਤਾਂ ਦੁਨੀਆ 'ਚ ਕੇਵਲ ਇਹ ਗ੍ਰੰਥ ਹੈ ਜਿਹਨੂੰ ਗੁਰੂ ਪਦ ਨਾਲ ਸੰਬੋਧਨ ਕੀਤਾ ਜਾਂਦਾ, ਹੋਰ ਕੋਈ ਗ੍ਰੰਥ ਐਸਾ ਹੈ ਨਹੀਂ। ਤੇ ਦਸਮ ਗ੍ਰੰਥ ਦੁਨੀਆ 'ਚ ਇੱਕ ਪਹਿਲਾ ਅਜਿਹਾ ਗ੍ਰੰਥ ਹੈ ਜੋ ਸਮੁੱਚੀ ਮਾਨਵ ਸੰਸਕ੍ਰਿਤੀ ਦਾ ਇੱਕ ਕੋਸ਼ ਹੈ। ਇਹਦੇ ਵਿੱਚੋਂ ਇਨਸਾਨ ਨੂੰ, ਨਿਰਬਲ ਇਨਸਾਨ ਨੂੰ ਬਲਵਾਨ ਬਣਾਉਣ ਤੇ ਅਬਲਾ ਔਰਤ ਨੂੰ ਸਬਲਾ ਬਣਾਉਣ ਦੇ ਸਾਰੇ ਹੀ ਤੁਹਾਨੂੰ ਜਿਹੜੇ ਹੈਗੇ ਆ ਮਾਡਲ ਮਿਲ ਜਾਣਗੇ, ਪ੍ਰੋਵਾਈਡਡ ਸ਼ਰਤ ਇਹੀ ਹੈ ਕਿ ਇਹਦੀ ਸਟੱਡੀ ਇਹਦੇ ਟੈਕਸਟ ਨੂੰ ਸਾਹਮਣੇ ਰੱਖ ਕੇ ਕੀਤੀ ਜਾਵੇ। ਜੇ ਟੈਕਸਟ ਨੂੰ ਸਾਹਮਣੇ ਨਹੀਂ ਰੱਖੋਗੇ ਤਾਂ ਫਿਰ ਇਹਦੇ ਉਹ ਸਿੱਟੇ ਨਹੀਂ ਨਿਕਲਣਗੇ ਜੋ ਕਿ ਤੁਸੀਂ ਚਾਹੁੰਦੇ ਹੋ, ਜਾਂ ਜੋ ਇਹ ਜਿਹੜੇ ਸੋ ਕਾਲਡ ਅਖੌਤੀ ਵਿਦਵਾਨ ਨੇ ਉਹ ਦੱਸ ਰਹੇ ਨੇ। ਮੈਨੂੰ ਹੈਰਾਨੀ ਹੁੰਦੀ ਹੈ ਕਿ ਜਦੋਂ ਅਸੀਂ 24 ਅਵਤਾਰ ਦਾ ਅਧਿਐਨ ਕਰਦੇ ਹਾਂ ਤਾਂ ਇਹ ਦੇਖ ਕੇ ਨਾ ਕਿ 24 ਅਵਤਾਰ ਨੇ, ਇਹ ਅਵਤਾਰ ਨਾਂ ਤੋਂ ਹੀ ਅਲਰਜੀ ਹੋ ਜਾਂਦੀ ਹੈ। ਇਹਨੂੰ ਪੜ੍ਹਨਾ ਤਾਂ ਦੂਰ ਦੀ ਗੱਲ, ਇਹਨੂੰ ਵਿਚਾਰਨਾ ਤਾਂ ਦੂਰ ਦੀ ਗੱਲ, ਉਹ ਪੜ੍ਹਨਾ ਵੀ ਠੀਕ ਨਹੀਂ ਸਮਝਦੇ। ਇਹ ਆਮ ਸਮਝ ਲਿਆ ਜਾਂਦਾ ਜੀ ਲੋ ਜੀ ਤਾਂ ਇਹਦੇ 'ਚ ਤਾਂ ਅਵਤਾਰਾਂ ਦੀ ਗੱਲ ਕੀਤੀ ਗਈ ਹੈ। ਇਸ ਕਰਕੇ ਜੇ ਇਹਨੂੰ ਪੜ੍ਹਾਂਗੇ ਜਾਂ ਇਹਨੂੰ ਪੜ੍ਹਾਵਾਂਗੇ ਜਾਂ ਸੁਣਾਂਗੇ ਜਾਂ ਸੁਣਾਵਾਂਗੇ, ਇਹਦੇ ਨਾਲ ਤਾਂ ਦਸਮ ਪਾਤਸ਼ਾਹ ਅਵਤਾਰਵਾਦੀ ਸਿੱਧ ਹੋ ਜਾਣਗੇ। ਇਹ ਤਾਂ ਬੜਾ ਵੱਡਾ ਜ਼ੁਲਮ ਹੋਵੇਗਾ ਦਸਮ ਪਾਤਸ਼ਾਹ ਨਾਲ। ਪਰ ਇਸ ਕੀ ਇਹ ਵਾਕਿਆ ਰਚਨਾ ਦੇ ਵਿੱਚ ਦਸਮ ਪਾਤਸ਼ਾਹ ਨੇ ਅਵਤਾਰਵਾਦੀ ਭਾਵਨਾ ਨੂੰ ਉਭਾਰਿਆ ਵੀ ਹੈ? ਇਹ ਇੱਕ ਐਸਾ ਪ੍ਰਸ਼ਨ ਹੈ, ਜੇਕਰ ਤੁਸੀਂ ਸਾਰੀ ਰਚਨਾ ਨੂੰ ਪੜ੍ਹੋਗੇ ਤਾਂ ਹੀ ਇਹਦਾ ਠੀਕ ਜਵਾਬ ਮਿਲੇਗਾ। ਕੇਵਲ 2-4 ਸ਼ਬਦਾਂ ਨੂੰ ਲੈ ਕੇ ਇਹਦਾ ਸਿੱਟਾ ਕੱਢ ਲੈਣਾ ਜਾਂ ਇਹਦੇ ਬਾਰੇ ਕੋਈ ਧਾਰਨਾ ਬਣਾਉਣ ਲਈ ਯੋਗ ਨਹੀਂ ਹੋਏਗੀ, ਕਿਉਂਕਿ ਜਿਹੜੇ 24 ਅਵਤਾਰ ਦੇ ਪਹਿਲੇ 38 ਛੰਦ ਨੇ, ਉੱਥੇ ਗੱਲ ਬੜੀ ਸਪਸ਼ਟ ਹੋ ਜਾਂਦੀ ਹੈ ਕਿ ਜਿਸ ਤਰ੍ਹਾਂ ਗੁਰਬਾਣੀ ਦਾ ਸਿਧਾਂਤ ਹੈ ਕਿ ਮਹਿਮਾ ਨਾ ਜਾਣੈ ਵੇਦ, ਬ੍ਰਹਮੇ ਨਾ ਜਾਣੈ ਭੇਦ, ਅਵਤਾਰ ਨਾ ਜਾਣੈ ਅੰਤ, ਪਰਮੇਸ਼ਰ ਪਾਰ ਬ੍ਰਹਮ ਬਿਅੰਤ। ਔਰ ਇਹੀ ਗੱਲ ਇਹਨਾਂ 24 ਅਵਤਾਰਾਂ 'ਚ ਕਹੀ ਗਈ ਹੈ। ਜੋ 24 ਅਵਤਾਰ ਕਹਾਏ, ਤਿੰਨ ਪੀ ਤੁਮ ਪ੍ਰਭ ਤਨਕ ਨਾ ਪਾਏ, ਸਭ ਹੀ ਜਗ ਭਰਮੇ ਪਵਰਾਇਣ, ਤਾਂਤੇ ਨਾਮ
ਬੇਅੰਤ ਕਹਾਈ। ਇੱਥੋਂ ਤੱਕ ਕਿ ਜੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਮੁੱਖ ਵਾਕ ਉਚਾਰਨ ਕੀਤੇ ਕਿ ਸਗਲ ਪ੍ਰੋ ਦੇਹ ਲੋ ਰੋਨੀ, ਸੋ ਮੁਖ ਜਲੋਂ ਜੋ ਕਹੈ ਠਾਕਰ ਜੋਨੀ, ਤਾਂ ਇਸ 24 ਅਵਤਾਰ ਵਿੱਚ ਵੀ ਇਹੀ ਕਹਾਇਆ ਗਿਆ ਹੈ ਕਿ ਜੋ ਜੋ ਰੰਗ ਏਕੇ ਰਾਚੇ, ਤੇ ਲੋਕ ਲਾਜ ਤਨ ਨਾਚੇ, ਆਦ ਪੁਰਖ ਜਿਨ ਏਕ ਪਛਾਨਾ, ਦੁਤੀਆ ਭਾਵਨਾ ਮਨ ਮੈਂ ਆਨਾ, ਜੋ ਜੋ ਪਾਪ ਦੁਤੈ ਮੈਂ ਰਾਚੇ, ਤੇ ਮੀਤ ਮਿਲਨ ਕੇ ਬਾਚੇ, ਏਕ ਪੁਰਖ ਜਿਨ ਨੇਕ ਪਛਾਨਾ, ਤਿੰਨ ਹੀ ਪਰਮ ਤਤ ਕਹਿ ਜਾਨਾ। ਹੁਣ ਤੁਸੀਂ ਦੱਸੋ ਵੀ ਕਿੱਥੇ ਇੱਥੇ ਅਵਤਾਰਵਾਦੀ ਭਾਵਨਾ? ਜੋ ਗੁਰਬਾਣੀ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਹਾ ਗਿਆ ਹੈ ਅਵਤਾਰਵਾਦ ਬਾਰੇ, ਉਹੀ ਇੱਥੇ ਕਿਹਾ ਗਿਆ ਹੈ। ਤੇ ਫਿਰ ਤੁਸੀਂ ਕਹੋ ਕਿ ਇਸ ਰਚਨਾ ਦਾ ਪੜ੍ਹਨਾ, ਪੜ੍ਹਾਉਣਾ, ਸੁਣਨਾ, ਸੁਣਾਉਣਾ ਦਸਮ ਪਾਤਸ਼ਾਹ ਨੂੰ ਅਵਤਾਰਵਾਦੀ ਬਣਾ ਦਿੰਦਾ ਹੈ। ਅਸਲ ਦੇ ਵਿੱਚ ਇਸ 24 ਅਵਤਾਰ ਦਾ ਜਿਹੜਾ ਮੁੱਖ ਉਦੇਸ਼ ਹੈ ਉਹ ਅਵਤਾਰਵਾਦ ਦੀ ਮਹਿਮਾ ਨਹੀਂ, ਸਗੋਂ ਜ਼ੁਲਮ ਕਰਨ ਅਤੇ ਜ਼ੁਲਮ ਸਹਿਣ ਵਾਲੀ ਰੁਚੀ ਨੂੰ ਪਾਪ ਕਰਨ ਦਰਸਾਉਣ ਵਾਲਾ ਹੈ। ਜਿਹੜੀ ਗੱਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਾਝ ਦੀ ਵਾਰ 'ਚ ਕਹੀ ਸੀ ਕਿ ਜੇ ਜੀਵੈ ਪਤਲੱਥੀ ਜਾਏ, ਸਭ ਹਰਾਮ ਜੇਤਾ ਕਿਛ ਕਾਹੇ, ਉਹੀ ਭਾਵਨਾ ਇਸ 24 ਅਵਤਾਰ ਦੀ ਹੈ। ਕਿਉਂਕਿ ਇੱਥੇ ਦੋ ਚੀਜ਼ਾਂ ਪੇਸ਼ ਕੀਤੀਆਂ ਜਾਂਦੀਆਂ ਨੇ। ਇੱਕ ਪਾਸੇ ਉਹਨਾਂ ਤਾਕਤਾਂ ਨੂੰ ਪੇਸ਼ ਕੀਤਾ ਜਾਂਦਾ ਹੈ ਜੋ ਅਸੁਰੀ ਸ਼ਕਤੀਆਂ ਦੇ ਮੰਦੇ ਕਰਮਾਂ ਦਾ ਸ਼ਿਕਾਰ ਨੇ। ਦੂਜੇ ਪਾਸੇ ਇਹਨਾਂ ਅਵਤਾਰਾਂ ਨੂੰ, ਜਿਹੜੇ ਕਿ ਗਿਣਤੀ 'ਚ ਬਹੁਤ ਥੋੜ੍ਹੇ ਨੇ, ਇੰਨੇ ਸ਼ਕਤੀਸ਼ਾਲੀ ਦਿਖਾਇਆ ਗਿਆ ਹੈ ਕਿ ਇਹ ਉਹ ਲੱਖਾਂ ਦੀ ਗਿਣਤੀ ਦੀਆਂ ਅਸੁਰੀ ਸ਼ਕਤੀਆਂ ਉੱਤੇ ਆਪਣੀ ਸ਼ਕਤੀ ਦਾ ਜਿਹੜਾ ਹੈ ਉਹ ਇੰਪੋਜ਼ ਕਰ ਦਿੰਦੇ ਨੇ, ਉੱਥੇ ਆਪਣੀ ਸ਼ਕਤੀ ਦਾ ਜਿਹੜਾ ਹੈ ਪ੍ਰਭਾਵ ਛੱਡ ਦਿੰਦੇ ਨੇ, ਅਤੇ ਉਹ ਅਸੁਰੀ ਸ਼ਕਤੀਆਂ ਇਹਨਾਂ ਦੇ ਸਾਹਮਣੇ ਨਾਕਾਮ ਹੋ ਜਾਂਦੀਆਂ। ਕਹਿਣ ਤੋਂ ਭਾਵ ਇਹਨਾਂ ਦਾ ਇਹ ਹੈਗਾ ਦਸਮ ਪਾਤਸ਼ਾਹ ਦਾ, ਕਿ ਜਿਸ ਤਰ੍ਹਾਂ ਉਹ ਕਹਿੰਦੇ ਨੇ ਕਿ ਦਸਮ ਕਥਾ ਭਗਉਤ ਕੀ, ਭਾਖਾ ਕਰੀ ਬਣਾਏ, ਅਵਰ ਵਾਸਨ ਨਾਹੇ ਪ੍ਰਭ, ਧਰਮ ਯੁੱਧ ਕੇ ਚਾਏ। ਕਿ ਇਨਸਾਨ ਜਿਸ ਵੇਲੇ ਇਹ ਗੱਲ ਨੂੰ ਇੱਕ ਆਪਣਾ ਧਰਮ ਮੰਨ ਲਵੇ ਕਿ ਨਾ ਮੈਂ ਜ਼ੁਲਮ ਕਰਨਾ ਅਤੇ ਨਾ ਮੈਂ ਜ਼ੁਲਮ ਸਹਿਣਾ, ਤਦ ਫਿਰ ਜੀਵਨ ਦਾ ਤੁਹਾਡਾ ਉਦੇਸ਼ ਜਿਹੜਾ ਹੈਗਾ ਉਹ ਫਲੀਭੂਤ ਹੁੰਦਾ ਹੈ। ਤਾਂ ਹੀ ਤੁਸੀਂ ਆਪਣੇ ਇਸ ਜੀਵਨ ਨੂੰ ਸਫਲਾ ਕਰ ਸਕਦੇ ਹੋ, ਨਹੀਂ ਤਾਂ ਤੁਹਾਡਾ ਜਿਹੜਾ ਜੀਵਨ ਹੈਗਾ ਉਹ ਸਾਕਾਰ ਨਹੀਂ ਹੋ ਸਕਦਾ, ਆਕਾਰ ਹੀ ਰਹਿ ਜਾਂਦਾ। ਸਮੇਂ ਦੀ ਸੀਮਾ ਨੂੰ ਦੇਖਦਿਆਂ ਹੋਇਆਂ ਮੈਂ ਤੁਹਾਡੇ ਨਾਲ ਸਿਰਫ ਇੱਕ ਜਿਹੜੇ 11 ਨੁਕਤੇ ਇਸ 24 ਅਵਤਾਰ ਵਿੱਚ ਸਪਸ਼ਟ ਰੂਪ ਵਿੱਚ ਸਾਡੇ ਸਾਹਮਣੇ ਆਉਂਦੇ ਨੇ, ਜੋ ਕਿ ਇਹ ਸਿੱਧ ਕਰਦੇ ਨੇ ਕਿ ਇਹ ਰਚਨਾ ਦਸਮ ਪਾਤਸ਼ਾਹ ਦੀ ਹੀ ਹੈ ਅਤੇ ਉਹਨਾਂ ਨੂੰ ਕਿਸੇ ਤਰ੍ਹਾਂ ਵੀ ਅਵਤਾਰਵਾਦ ਵਿੱਚ ਆਸਥਾ ਨਹੀਂ ਪ੍ਰਗਟਾਉਂਦੀ, ਬਲਕਿ ਅਵਤਾਰਵਾਦ ਦਾ ਖੰਡਨ ਕਰਨ ਵਾਲੀ ਹੈ। ਇਹ 11 ਨੁਕਤੇ ਇਸ ਪ੍ਰਕਾਰ ਨੇ। ਨੰਬਰ 1, 24 ਅਵਤਾਰਾਂ ਨੂੰ ਨਿਰਗੁਣ ਨਿਰਾਕਾਰ ਪਾਰਬ੍ਰਹਮ ਦੇ ਬਦਲ ਵਜੋਂ ਪੇਸ਼ ਕਰਨਾ ਨਾ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਮੰਤਵ ਹੈ ਅਤੇ ਨਾ ਹੀ ਇਸ ਰਚਨਾ ਦਾ ਪਾਠ ਇਸ ਦਿਸ਼ਾ ਵੱਲ ਕਿਸੇ ਪ੍ਰਕਾਰ ਦਾ ਕੋਈ ਸੰਕੇਤ ਕਰਦਾ ਹੈ। ਇਸ ਲਈ ਇਹਨਾਂ ਅਵਤਾਰਾਂ ਦੀ ਤੁਲਨਾ ਪਰਮਾਤਮਾ ਨਾਲ ਨਹੀਂ ਕੀਤੀ ਜਾ ਸਕਦੀ। ਨੰਬਰ 2, ਇਹਨਾਂ ਅਵਤਾਰਾਂ ਨੂੰ ਪੂਜਾ ਦੇ ਵਜੋਂ ਆਰਾਧਨ ਦੇ ਇਸ ਸਮੁੱਚੀ ਰਚਨਾ ਵਿੱਚ ਕਿਤੇ ਵੀ ਕੋਈ ਸੰਕੇਤ ਨਹੀਂ ਮਿਲਦੇ। ਨੰਬਰ 3, ਇਹਨਾਂ ਅਵਤਾਰਾਂ ਦਾ ਸਿਰਜਕ ਅਕਾਲ ਪੁਰਖ ਹੈ, ਇਹ ਸੁਤੇ ਸਿੱਧ ਜਾਂ ਸਵੈਭੰਗ ਨਹੀਂ ਹਨ। ਇਹਨਾਂ ਅਵਤਾਰਾਂ ਦਾ ਸਿਰਜਕ ਅਕਾਲ ਪੁਰਖ ਹੈ, ਜਿਸ ਕਰਕੇ ਇਹ ਅਜੂਨੀ ਹੋ ਹੀ ਨਹੀਂ ਸਕਦੇ। ਨੰਬਰ 4, ਕੋਈ ਵੀ ਅਵਤਾਰ ਪਾਰ ਬ੍ਰਹਮ ਬੇਅੰਤ ਦਾ ਅੰਤ ਪਾਉਣ ਦੇ ਸਮਰੱਥ ਹੀ ਇਸ ਰਚਨਾ ਵਿੱਚ ਨਹੀਂ ਮੰਨਿਆ ਗਿਆ। ਨੰਬਰ 5, ਸਾਰੇ ਦੇ ਸਾਰੇ ਅਵਤਾਰ ਕਾਲ ਯੁਕਤ ਦਰਸਾਏ ਗਏ ਹਨ, ਇਹਨਾਂ ਵਿੱਚੋਂ ਕਾਲ ਮੁਕਤ ਕੋਈ ਵੀ ਨਹੀਂ ਦੱਸਿਆ ਗਿਆ। ਨੰਬਰ 6, ਅਵਤਾਰ ਅਕਾਲ ਪੁਰਖ ਹੀ ਹੁੰਦੇ ਹਨ, ਪ੍ਰਸ਼ਨ ਚਿੰਨ੍ਹ ਹੈ। ਇਹ ਰਚਨਾ ਇਸ ਮਿੱਥ ਨੂੰ ਗੁਰਬਾਣੀ ਵਾਂਗ ਤੋੜਦੀ ਆ, ਕਿਉਂਕਿ ਅਕਾਲ ਪੁਰਖ ਦੀ ਆਗਿਆ ਨਾਲ ਪ੍ਰਗਟ ਹੋਣ ਵਾਲੇ ਅਤੇ ਉਸ ਦੇ ਹੁਕਮ ਅਨੁਸਾਰ ਕਾਰਜ ਕਰਨ ਵਾਲੇ ਅਕਾਲ ਪੁਰਖ ਕਿਸ ਤਰ੍ਹਾਂ ਹੋ ਸਕਦੇ ਹਨ। ਨੰਬਰ 7, ਦਸਮ ਗੁਰੂ ਗੋਬਿੰਦ ਸਿੰਘ ਜੀ ਦੀ ਕਿਸੇ ਅਵਤਾਰ ਪ੍ਰਤੀ ਭਗਤੀ ਭਾਵਨਾ ਜਾਂ ਆਸਥਾ ਪ੍ਰਗਟ ਹੀ ਨਹੀਂ ਹੁੰਦੀ, ਸਗੋਂ ਰਾਮ ਅਵਤਾਰ ਕਥਾ ਦੇ ਅੰਤ ਵਿੱਚ ਸਪਸ਼ਟ ਤੌਰ 'ਤੇ ਆਖਿਆ ਗਿਆ ਹੈ ਕਿ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨੀ ਆਨਿਓ,
राम रहीम पुराण कुरान अनेक कह मत एक न मान्यो, सिमर शास्त्र वेद सबै बहु भेद कह हम एक न जान्यो, श्री असपान कृपा तुमरी कर मैं न कहयो, सब तोहे बुखान्यो। फिर ये अवतारवादी कित्थों हो गए जी? नंबर 8, इन्हां अवतारां प्रति किधरे भी भगती भावना प्रगटाउण हित दसम पातशाह ने कोई संकेत ही नहीं किया, बल्कि इन्हां दी दैवी शक्ति नूं उभारन तो भी संकोच किया गया। क्योंकि जी असल जी भागवत पुराण में इन्हां दी अपना 24 अवतारां की कथा है ना, उत्थे वाधू दियां कामरुचियां शंगारन वालियां प्रेम कथावां इन्नियां ने, जिन्हां दा कि इस 24 अवतार की कथा विच जिहड़े कि दसम ग्रंथ ने वो बिल्कुल माइनस ने, वो इहदे विच नहीं शामिल कीतियां गईयां। नंबर 9, इन्हां अवतार कथावां दा प्रस्तुतिकरण भी इस तरह होया है जो धर्म युद्ध के चाव के मूल उद्देश की पूर्ति करने वाला है। इन्हां कथावां दा कथानक रस इस पद्धर दा है जो जनमानस विच जुल्म दा टाकरा करन हित जुझारू रुचियां पैदा करके उन्हां नूं सन्मानपूर्वक जीवन जिउण की प्रेरणा करते हैं, जिवें गुरु नानक पातशाह जी ने कहा है। नंबर 10, रचना का कथा वस्तु धर्म की भंग हो चुकी मर्यादा नूं सुरजीत करन दे मंतव वाला होण कारण धर्म खेत्र विच फैले भेखां ते अडंबरां दा खंडन करन वाला, मंडन करन वाला नहीं। नंबर 11, इन्हां अवतारां दी कार्य भूमि दुष्ट संघारन वाली जरूर है, पर नर संघारन वाली बिल्कुल नहीं। ये गल खास तौर पर ध्यान देने वाली है कि ठीक है कि इन्हां दा जिहड़ा जुझारू रूप है वो दुष्ट संघारन वाला है, जिवें दुष्ट सभी इनको मूल उखाड़न वाली गल है, पर आम जिहड़ी जनता है, जन संधारण है, जिहड़ी नपीड़ी हुई है, लताड़ी हुई है, ਉਹਦਾ ਇਹ ਉਭਾਰ ਕਰਦੀ ਹੈ, ਉਹਨਾਂ ਦਾ ਸੰਘਾਰ नहीं करती। इस तरह दसम ग्रंथ ਵਿੱਚ ਸਮਲਿਤ ਰਚਨਾ 24 ਅਵਤਾਰ ਵਿੱਚ ਸਾਹਿਬੇ ਆਲਮ ਸਾਹਿਬ ਸ੍ਰੀ ਗੁਰੂ ਸਿੰਘ ਦਾ ਮੰਤਵ ਇਹਨਾਂ ਅਵਤਾਰਾਂ ਦੇ ਅਵਤਾਰਵਾਦੀ ਸਰੂਪ ਨੂੰ ਨਾ ਤਾਂ ਪਾਰਬ੍ਰਹਮ ਪਰਮੇਸ਼ਰ ਵਾਲਾ ਸਥਾਪਿਤ ਕਰਨ ਵਾਲਾ ਪ੍ਰਗਟ ਹੁੰਦਾ ਹੈ ਅਤੇ ਨਾ ਹੀ ਅਵਤਾਰਵਾਦੀ ਭਾਵਨਾ ਨੂੰ ਉਭਾਰਨ ਵਾਲਾ। ਇਸ ਰਚਨਾ ਵਿੱਚ ਵਰਣਨ ਕੀਤੇ ਗਏ ਸਾਰੇ ਅਵਤਾਰ ਅਕਾਲ ਪੁਰਖ ਦੇ ਪੈਦਾ ਕੀਤੇ ਹੋਣ ਕਾਰਨ ਉਸ ਦੇ ਹੁਕਮ ਅਨੁਸਾਰ ਕਾਰਜ ਕਰਨ ਵਾਲੇ ਦਰਸਾਏ ਗਏ ਹਨ। ਇਸ ਤੱਥ ਨੂੰ ਸਾਨੂੰ ਜੇਕਰ ਭਲੀ ਭਾਂਤ ਸਮਝਣ ਦੀ ਲੋੜ ਹੈ। ਜੇ ਇਹ ਸਮਝ ਲਈਏ ਤਾਂ ਕਿਸੇ ਪ੍ਰਕਾਰ ਦੀ ਕੋਈ ਸ਼ੰਕਾ ਨਹੀਂ ਰਹਿ ਜਾਂਦੀ ਕਿ ਇਹ ਪਾਵਨ ਰਚਨਾ ਦਸਮ ਗੁਰੂ ਗੋਬਿੰਦ ਸਿੰਘ ਦੇ ਕਿਰਤ ਨੇ। ਬਹੁਤ ਬਹੁਤ ਧੰਨਵਾਦ। ਖਾਲਸਾ ਵਾਹਿਗੁਰੂ ਜੀ ਕੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਮਾਨ